ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਸਤਿਕਾਰਯੋਗ ਬਾਬਾ ਬੁੱਢਾ ਜੀ ਨੇ 2 ਤਲਵਾਰਾਂ ਉਹਨਾਂ ਨੂੰ ਪਹਿਨਾਈਆਂ ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਹੋਇਆਂ ਉੱਥੇ ਸੁਰ ਸਿੰਘ ਨਗਰ ਤੋਂ ਆਏ ਢਾਡੀ ਬਾਬਾ ਨੱਥਾ ਤੇ ਬਾਬਾ ਅਬਦੁੱਲਾ ਜੀ ਨੇ ਵਾਰ ਗਾਇਨ ਕੀਤੀ ਤੇ ਬੜੇ ਪਿਆਰੇ ਉਹਨਾਂ ਬਚਨ ਆਖੇ। 2 ਤਲਵਾਰਾਂ ਬੱਧੀਆਂ, ਇੱਕ ਮੇਰੀ ਦੀ ਇੱਕ ਪੀਰੀ ਦੀ। ਮੇਰੀ ਅਤੇ ਪੀਰੀ ਦੀਆਂ ਇਹ 2 ਤਲਵਾਰਾਂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਪਹਿਨੀਆਂ ਸਨ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਸੀ, ਵੱਡ ਯੋਧਾ ਬਹੁ ਪਰਿ ਉਪਕਾਰੀ। ਜਿੱਥੇ ਸਤਿਗੁਰ ਪਾਤਸ਼ਾਹ ਜੀ ਨੇ ਮੇਰੀ ਦੀ ਤਲਵਾਰ ਪਹਿਨੀ ਤੇ ਉੱਥੇ ਮਹਾਨ ਵੱਡੇ ਯੋਧੇ ਨੇ, ਪਰ ਨਾਲ ਹੀ ਪੀਰੀ ਦੀ ਤਲਵਾਰ ਪਹਿਨ ਕੇ ਸਾਬਤ ਕੀਤਾ ਵੀ ਉਹ ਕੇਵਲ ਯੋਧੇ ਹੀ ਨਹੀਂ, ਉਹ ਪਰ ਉਪਕਾਰੀ ਵੀ ਨੇ। ਉਹ ਕੇਵਲ ਸੰਤ ਹੀ ਨਹੀਂ, ਸਿਪਾਹੀ ਵੀ ਨੇ। ਉਹ ਕੇਵਲ ਭਗਤੀ ਨਹੀਂ ਕਰਦੇ ਬਲਕਿ ਸ਼ਕਤੀ ਦੇ ਮਾਲਕ ਵੀ ਨੇ। ਭਗਤੀ ਦੇ ਅਧੀਨ ਹੀ ਸ਼ਕਤੀ ਜਿਹੜੀ ਹੈ ਉਹ ਸਹੀ ਚੱਲ ਸਕਦੀ ਹੈ। ਧਰਮ ਦੇ ਅਧੀਨ ਰਾਜ ਹੋਵੇ ਤੇ ਉਹ ਰਾਜ ਜਿਹੜਾ ਹਲੀਮੀ ਰਾਜ ਹੋ ਸਕਦਾ ਹੈ, ਤੇ ਸ਼ਕਤੀ ਦੇ ਅਧੀਨ ਹੀ ਭਗਤੀ ਨੂੰ ਬਚਾਇਆ ਜਾ ਸਕਦਾ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਨਾਲ ਹੁਕਮ ਜਾਰੀ ਕੀਤਾ। ਕਿਸੇ ਨੂੰ ਬਦਲੇ ਦੀ ਭਾਵਨਾ ਨਾਲ ਭੜਕਾਇਆ ਨਹੀਂ ਵੀ ਪਿਤਾ ਨੂੰ ਸ਼ਹੀਦ ਕੀਤਾ ਹੈ। ਹਾਂ, ਪਰ ਇਹ ਸੰਦੇਸ਼ ਜ਼ਰੂਰ ਦਿੱਤਾ ਵੀ ਤਿਆਰੀ ਇਸ ਪ੍ਰਕਾਰ ਕਰੋ ਤਾਂ ਅੱਗੇ ਤੋਂ ਕੋਈ ਹੋਰ ਤਤੀ ਤਵੀ ਤੇ ਨਾ ਬੈਠੇ, ਹੋਰ ਕਿਸੇ ਨੂੰ ਉਬਲਦੀ ਦੇਗ ਵਿੱਚ ਨਾ ਉਬਲਣਾ ਪਵੇ। ਇਹਨਾਂ ਕੁ ਬਲ ਆਪਣੇ ਅੰਦਰ ਭਰ ਲਵੋ ਤਾਂ ਜੋ ਕੋਈ ਜ਼ਾਲਮ ਆਵੇ ਤੇ ਉਸ ਜ਼ਾਲਮ ਦਾ, ਉਸ ਦੇ ਕੀਤੇ ਜ਼ੁਲਮ ਦਾ ਜਿਹੜਾ ਜਵਾਬ ਦਿੱਤਾ ਜਾ ਸਕੇ। ਸਤਿਗੁਰ ਪਾਤਸ਼ਾਹ ਜੀ ਨੇ ਚੰਗੇ ਸ਼ਸਤਰ, ਚੰਗੇ ਘੋੜੇ, ਚੰਗੀ ਨੌਜਵਾਨੀ ਇਹ ਭੇਟਾ ਮੰਗੀ ਕਿ ਸਭ ਤੋਂ ਚੰਗੀ ਭੇਟਾ ਹੈ ਨੌਜਵਾਨ, ਸਭ ਤੋਂ ਚੰਗੀ ਭੇਟਾ ਹੈ ਚੰਗੇ ਘੋੜੇ, ਚੰਗੇ ਸ਼ਸਤਰ ਜਿਹੜੇ ਸਾਨੂੰ ਲੈ ਕੇ ਆਓ। ਨਿਤ ਕੁਸ਼ਤੀਆਂ ਕਰੋ, ਘੋਲ ਕਰੋ, ਸ਼ਸਤਰਬਾਜੀ ਦਾ ਅਭਿਆਸ ਕਰੋ, ਵਿਦਿਆ ਸ਼ਸਤਰ ਵਿੱਚ ਮਾਹਰ ਹੋਵੋ। ਰੋਜ਼ਾਨਾ ਤੀਰ ਅੰਦਾਜ਼ੀ, ਨੇਜਾਬਾਜੀ ਅਤੇ ਰੋਜ਼ਾਨਾ ਹੀ ਸਤਿਗੁਰ ਪਾਤਸ਼ਾਹ ਜੀ ਨੇ ਨਿਸ਼ਾਨੇਬਾਜ਼ੀ ਆਦਿਕ ਇਹ ਗੁਣ ਸਿੱਖਣ ਦੀ ਪ੍ਰੇਰਨਾ ਜਿਹੜੀ ਹੈ ਸਿੱਖਾਂ ਨੂੰ ਦਿੱਤੀ। ਨੌਜਵਾਨਾਂ ਵਿੱਚ ਬੜਾ ਜੋਸ਼ ਸੀ। ਵਹਿੰਦਿਆਂ ਹੀ ਵਹਿੰਦਿਆਂ 5 ਤੋਂ ਲੈ ਕੇ 700 ਤੱਕ ਤਕਰੀਬਨ ਨੌਜਵਾਨ ਜਿਹੜੇ ਹਨ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕੱਤਰ ਹੋਏ ਤੇ ਨਾਲ ਇੱਕ ਬਚਨ ਆਖਿਆ, ਸਤਿਗੁਰੂ ਅਸੀਂ ਤੇਰੇ ਚਰਨਾਂ ਵਿੱਚ ਰਹਿ ਕੇ ਆਪਣਾ ਆਪਾ ਕੁਰਬਾਨ ਕਰ ਦੇਵਾਂਗੇ, ਪਰ ਬਦਲੇ ਵਿੱਚ ਅਸੀਂ ਤੇਰੇ ਕੋਲੋਂ ਕੁਝ ਲੈਣਾ ਨਹੀਂ, ਬਸ ਤਨ ਕੱਜਣ ਵਾਸਤੇ ਕੋਈ 2 ਜੋੜੇ ਤੇ ਇਸ ਤਨ ਦੀ ਭੁੱਖ ਮਿਟਾਉਣ ਵਾਸਤੇ 2 ਵਕਤ ਪ੍ਰਸ਼ਾਦਾ ਦੇ ਦੇਈਂ। ਜਦੋਂ ਤੁਸੀਂ ਆਖੋਗੇ ਅਸੀਂ ਆਪਣਾ ਆਪਾ ਕੁਰਬਾਨ ਕਰ ਦੇਵਾਂਗੇ, ਵਾਰ ਦੇਵਾਂਗੇ। ਕਿਉਂ? ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਸੀ, ਭਲਿਓ ਜਿਹੜੇ ਸੋਮੇ ਹਨ ਉਹ ਜਦੋਂ ਸੋਮੇ ਉੱਠਦੇ ਨੇ ਨਾ ਦਰਿਆਵਾਂ ਦੇ ਵਿੱਚ, ਤੇ ਆਪਣਾ ਇੱਕ ਵੱਖਰਾ ਰੂਪ ਅਖਤਿਆਰ ਕਰਕੇ ਆਪਣਾ ਇੱਕ ਵੱਖਰਾ ਰਾਹ ਬਣਾ ਲੈਂਦੇ ਹਨ। ਵੱਡੀਆਂ ਵੱਡੀਆਂ ਨਦੀਆਂ ਵਗਦੀਆਂ ਨੇ, ਉਹਨਾਂ ਵਿੱਚ ਜਦੋਂ ਲਹਿਰਾਂ ਆਉਂਦੀਆਂ ਨੇ
ਉਹ ਲਹਿਰਾਂ ਫਿਰ ਦਰਿਆਵਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤੇ ਜਦੋਂ ਦਰਿਆ ਵਗਦੇ ਹਨ ਫਿਰ ਉਹ ਆਪਣਾ ਰਸਤਾ ਆਪ ਬਣਾਉਂਦੇ ਹਨ। ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ, ਤੁਹਾਡੇ ਤਾਂ ਗੁਰੂ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਅਜੇ ਕੁਝ ਸਮਾਂ ਹੋਇਆ, ਸਿੱਖਾਂ ਦੇ ਹਿਰਦੇ ਜਿਹੜੇ ਹਨ ਉਹ ਵਲੂੰਦਰੇ ਗਏ ਤੇ ਮਨ ਵਿੱਚ ਬੜਾ ਰੋਸ ਸੀ ਸਮੇਂ ਦੀ ਹਕੂਮਤ ਦੇ ਖਿਲਾਫ ਵੀ। ਇੱਧਰੋਂ ਗੁਰੂ ਦਾ ਹੁਕਮ ਹੋਇਆ, ਸਿੱਖਾਂ ਨੇ ਤਿਆਰੀ ਕੀਤੀ, ਨੌਜਵਾਨੀ ਆਪਣਾ ਆਪਾ ਸਮਰਪਿਤ ਕਰਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿਣ ਲੱਗੇ। ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਫੌਜ ਤਿਆਰ ਕੀਤੀ ਹੈ। ਅੱਜ ਤੱਕ ਇਸ ਘਰ ਦੇ ਅੰਦਰ ਗੁਰਬਾਣੀ ਦੀ ਗੱਲ ਹੁੰਦੀ ਸੀ। 3 ਵਿਚਾਰਾਂ ਬੜੀਆਂ ਪਿਆਰੀਆਂ ਨੇ। ਉਹ 3 ਗੱਲਾਂ ਕਿਹੜੀਆਂ ਨੇ? ਸਭ ਤੋਂ ਪਹਿਲਾਂ ਪਿਆਰ ਨਾਲ ਕਿਸੇ ਨੂੰ ਸਮਝਾਇਆ ਜਾਵੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਮੇਂ ਦੇ ਜ਼ਾਲਮ ਨੂੰ ਪਿਆਰ ਨਾਲ ਸਮਝਾਇਆ, ਗੱਲ ਨਾ ਬਣੀ, ਫਿਰ ਵਿਚਾਰ ਨਾਲ ਸਮਝਾਉਣ ਦਾ ਯਤਨ ਕੀਤਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਾਂਤੀ ਦੇ ਨਾਲ ਆਪਣਾ ਆਪਾ ਕੁਰਬਾਨ ਕਰ ਦਿੱਤਾ। ਗੁਰੂ ਪਿਆਰ ਵਾਲਿਓ, ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ, ਜੇ ਕੋਈ ਬੰਦਾ ਪਿਆਰ ਨਾਲ ਵੀ ਨਾ ਸਮਝੇ, ਵਿਚਾਰ ਨਾਲ ਵੀ ਨਾ ਸਮਝੇ, ਤਾਂ ਫਿਰ ਹਥਿਆਰ ਚੁੱਕਣਾ ਵਾਜਬ ਹੈ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਤਿਆਰੀ ਰੱਖੋ, ਜੇ ਜ਼ਾਲਮ ਚੜ੍ਹ ਕੇ ਆਇਆ ਤੇ ਹੁਣ ਉਹਦੇ ਜ਼ੁਲਮ ਦਾ ਜਵਾਬ ਜਿਹੜਾ ਦਿੱਤਾ ਜਾਵੇਗਾ। ਆਖਰ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਨਵੀਂ ਫੌਜ ਦਾ ਆਗਾਜ਼ ਕੀਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 5 ਜਰਨੈਲ ਥਾਪੇ। ਉਹ 5 ਜਰਨੈਲ ਜਿਹੜੇ ਅਨੰਦ ਜ਼ਿਕਰ ਬੜਾ ਪਿਆਰਾ ਇਤਿਹਾਸ ਵਿੱਚ ਆਉਂਦਾ ਹੈ। ਪਹਿਲੇ ਜਰਨੈਲ ਭਾਈ ਵਿਧੀ ਚੰਦ, ਦੂਸਰੇ ਜਰਨੈਲ ਭਾਈ ਜੇਠਾ ਜੀ, ਤੀਸਰੇ ਜਰਨੈਲ ਭਾਈ ਪਰਾਗਾ ਜੀ, ਚੌਥੇ ਜਰਨੈਲ ਭਾਈ ਲੰਗਾ ਜੀ, ਪੰਜਵੇਂ ਜਰਨੈਲ ਭਾਈ ਪੁਰਾਣਾ ਜੀ। ਇਹ 5 ਜਰਨੈਲ ਥਾਪੇ ਗਏ। ਭਾਈ ਵਿਧੀ ਚੰਦ ਜਿਹੜੇ ਸੁਰਸਰ ਨਗਰ ਦੇ ਰਹਿਣ ਵਾਲੇ ਸਨ, ਆਪਣੇ ਨਾਲ ਨੌਜਵਾਨਾਂ ਨੂੰ ਲੈ ਕੇ ਆਏ ਸਨ, ਨਾਲੇ ਢਾਡੀ ਨੂੰ ਲੈ ਕੇ ਆਏ ਸਨ। ਭਾਈ ਵਿਧੀ ਚੰਦ ਦਾ ਜਿਹੜਾ ਪਿਛੋਕੜ ਹੈ, ਗੁਰੂ ਪਿਆਰ ਵਾਲਿਓ, ਇਹਨਾਂ ਦੇ ਪਿਤਾ ਭਾਈ ਵਸਣ ਅਤੇ ਇਹਨਾਂ ਦੇ ਮਾਤਾ ਜੀ ਸਰਹਾਲੀ ਨਗਰ ਦੇ ਰਹਿਣ ਵਾਲੇ ਸਨ। ਭਾਈ ਵਿਧੀ ਚੰਦ ਬਚਪਨ ਤੋਂ ਹੀ ਸਰੀਰ ਕਰਕੇ ਤਕੜੇ ਸਨ, ਨੌਜਵਾਨ ਸਨ, ਪਰ ਧਾੜਵੀਆਂ ਦੀ, ਲੁਟੇਰਿਆਂ ਦੀ ਸੰਗਤ ਕਰਨ ਕਾਰਨ ਇਹ ਵੀ ਲੁੱਟਾਂ ਖੋਹਾਂ ਕਰਨ ਲੱਗ ਪਏ। ਇੱਕ ਵਾਰ ਇਹ ਕਿਸੇ ਨਗਰ ਤੋਂ ਮੱਝਾਂ ਚੋਰੀ ਕਰਕੇ ਰਾਤ ਨੂੰ ਨਿਕਲੇ ਨੇ। ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਉਹ ਪਿੰਡ ਵਾਲੇ ਪਿੱਛੇ ਲੱਗ ਗਏ ਤੇ ਭਾਈ ਵਿਧੀ ਚੰਦ ਨੂੰ ਪਤਾ ਲੱਗ ਗਿਆ ਵੀ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਨੇ ਪਿੱਛੇ ਆ ਰਹੇ ਨੇ। ਭਾਣਾ ਇੰਝ ਵਰਤਿਆ ਕਿ ਭਾਈ ਵਿਧੀ ਚੰਦ ਲੁਕਣ ਵਾਸਤੇ ਯੋਗ ਜਗ੍ਹਾ ਲੱਭਣ ਲੱਗ ਗਏ। ਮੱਝਾਂ ਹੋਰ ਪਾਸੇ ਨੂੰ ਤੋਰ ਦਿੱਤੀਆਂ ਤੇ ਆਪ ਜਦੋਂ ਲੁਕਣ ਵਾਸਤੇ ਥਾਂ ਲੱਭਣ ਲੱਗੇ ਤੇ ਭਾਈ ਅਦਲੀ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ ਸਨ। ਉਹ ਇਸ ਤਰ੍ਹਾਂ ਗੁਰਮਤਿ ਦਾ ਪ੍ਰਚਾਰ ਪੇ ਕਰਦੇ ਸਨ ਤੇ ਭਾਈ ਵਿਧੀ ਚੰਦ ਉਹ ਸੰਗਤ ਵਿੱਚ ਆ ਕੇ ਬੈਠ ਗਏ ਤੇ ਉਹ ਵਿਚਾਰਾਂ ਨੂੰ ਸੁਣ ਕੇ ਬੜੇ ਪ੍ਰਭਾਵਿਤ ਹੋਏ। ਮਨ ਬਣਾ ਲਿਆ ਵੀ ਅੱਜ ਤੋਂ ਬਾਅਦ ਚੋਰੀਆਂ ਨਹੀਂ ਕਰਨੀਆਂ, ਲੁੱਟਾਂ ਖੋਹਾਂ ਨਹੀਂ ਕਰਨੀਆਂ, ਅੱਜ ਤੋਂ ਬਾਅਦ ਚੰਗਾ ਜੀਵਨ ਬਣਾਉਣਾ ਹੈ। ਸੰਗਤ ਦਾ ਪ੍ਰਭਾਵ ਪਿਆ
ਭਾਈ ਅਦਲੀ ਜੀ ਬੜੇ ਕਮਾਈ ਵਾਲੇ ਸਨ। ਉਹਨਾਂ ਦੇ ਬੋਲਾਂ ਦਾ ਐਸਾ ਪ੍ਰਭਾਵ ਪਿਆ ਕਿ ਉਹਨਾਂ ਨੇ ਭਾਈ ਵਿਧੀ ਚੰਦ ਨੇ ਵਿਚਾਰ ਬਦਲਿਆ ਤੇ ਜੀਵਨ ਬਦਲ ਗਿਆ। ਹੁਣ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਸਨ ਉਹਨਾਂ ਨੂੰ ਪਤਾ ਲੱਗ ਗਿਆ, ਇੱਧਰ ਨੂੰ ਆਏ ਤੇ ਭਾਈ ਅਦਲੀ ਜੀ ਨੂੰ ਆਖਿਆ ਵੀ ਸਾਡਾ ਚੋਰ ਇੱਥੇ ਆਇਆ। ਪਰ ਭਾਈ ਅਦਲੀ ਜੀ ਨੇ ਆਖਿਆ ਠੀਕ ਹੈ ਤੁਹਾਡਾ ਚੋਰ ਹੋਵੇਗਾ, ਪਰ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਗਿਆ ਉਹ ਚੋਰ ਨਹੀਂ ਰਹਿੰਦਾ। ਫਿਰ ਚੋਰ ਹੋਵੇਗਾ, ਬਾਹਰ ਹੋਵੇਗਾ, ਪਰ ਜਿਹੜਾ ਸੰਗਤ ਵਿੱਚ ਆ ਕੇ ਬੈਠ ਗਿਆ ਫਿਰ ਉਹ ਚੋਰ ਨਹੀਂ। ਪਹਿਲਾਂ ਚੋਰ ਸੀ ਪਰ ਹੁਣ ਚੋਰ ਨਹੀਂ। ਹੁਣ ਇਹ ਗੁਰੂ ਨਾਨਕ ਦੀ ਸੰਗਤ ਦਾ ਹਿੱਸਾ ਹੈ। ਤੇ ਗੁਰੂ ਪਿਆਰ ਵਾਲਿਓ ਕਿਉਂ ਆਖਿਆ? ਕਿਉਂਕਿ ਵਿਧੀ ਚੰਦ ਆਪਣੇ ਅੰਦਰ ਦੇ ਜਿਹੜੇ ਭੈੜੇ ਵਿਚਾਰ ਸਨ ਉਹਨਾਂ ਨੂੰ ਤਿਆਗਣ ਦਾ ਪ੍ਰਣ ਕਰ ਚੁੱਕੇ ਸਨ। ਭਾਈ ਅਦਲੀ ਜੀ ਨੇ ਆਖਿਆ ਸੀ, ਕਿਉਂਕਿ ਭਾਈ ਵਿਧੀ ਚੰਦ ਨੇ ਉੱਠ ਕੇ ਆਖਿਆ ਸੀ ਵੀ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋਈ ਹੈ, ਪਰ ਅੱਜ ਮੈਨੂੰ ਬਚਾ ਲਵੋ, ਅੱਗੇ ਤੋਂ ਮੈਂ ਨਹੀਂ ਕਰਾਂਗਾ। ਜਿੰਦਾ ਗੁਰੂ ਇੰਨਾ ਸਮਰੱਥ ਹੋਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਉਹਦਾ ਸਿੱਖ ਵੀ ਮਹਾਨ ਹੁੰਦਾ ਹੈ। ਭਾਈ ਅਦਲੀ ਨੇ ਆਖਿਆ ਠੀਕ ਹੈ, ਜੇ ਤੂੰ ਪ੍ਰਣ ਕਰਦਾ ਅੱਗੇ ਤੂੰ ਗੁਨਾਹ ਨਹੀਂ ਕਰੇਗਾ ਤੇ ਠੀਕ ਹੈ, ਤੈਨੂੰ ਅੱਜ ਅਸੀਂ ਬਚਾ ਲੈਂਦੇ ਹਾਂ। ਭਾਈ ਅਦਲੀ ਜਦੋਂ ਖਲੋਤੇ ਨੇ ਉਧਰੋਂ ਉਹ ਆ ਗਏ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ ਨੇ, ਆਖਿਆ ਸਾਡਾ ਚੋਰ ਹੈ। ਉਹ ਕਹਿਣ ਲੱਗੇ ਨਹੀਂ, ਪਹਿਲਾਂ ਚੋਰ ਸੀ ਪਰ ਹੁਣੇ ਹੀ ਇਹਨੇ ਉਹ ਭੈੜੀ ਵਿਚਾਰ ਨੂੰ ਤਿਆਗ ਦਿੱਤਾ ਹੈ, ਹੁਣੇ ਚੋਰ ਨਹੀਂ, ਹੁਣੇ ਗੁਰੂ ਵਾਲਾ ਹੈ। ਵੇਖੋ ਬੰਦਾ ਜੀਵਨ ਬਦਲਣਾ ਚਾਹਵੇ ਤੇ ਇੱਕ ਪਲ ਵਿੱਚ ਬਦਲ ਸਕਦਾ ਹੈ, ਨਾ ਬਦਲਣਾ ਚਾਹਵੇ ਤੇ ਸਾਰੀ ਜ਼ਿੰਦਗੀ ਵੀ ਨਹੀਂ ਬਦਲਦਾ। ਭਾਈ ਅਦਲੀ ਜੀ ਨੇ ਵਿਧੀ ਚੰਦ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜ ਦਿੱਤਾ। ਇਹ ਗੋਤ ਕਰਕੇ ਛੀਨੇ ਸਨ ਤੇ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਭਾਈ ਵਿਧੀ ਚੰਦ ਰਿਹਾ ਤੇ ਪਹਿਲਾ ਜਰਨੈਲ ਇਹਨੂੰ ਥਾਪਿਆ। 100 ਸਿਪਾਹੀਆਂ ਦਾ ਗੁਰੂ ਪਾਤਸ਼ਾਹ ਜੀ ਨੇ ਜਰਨੈਲ ਥਾਪਿਆ ਵਿਧੀ ਚੰਦ ਨੂੰ। ਇਹ ਵਿਧੀ ਚੰਦ ਮਹਾਨ ਯੋਧਾ ਸੂਰਮਾ ਸੀ। ਦੂਸਰਾ ਭਾਈ ਪਿਰਾਗਾ ਜੀ, ਇਹਨਾਂ ਦਾ ਵੀ ਜਿਹੜਾ ਵੱਡਾ ਵਡੇਰਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਜੀਵਨ ਬਦਲ ਲਿਆ। ਇਹ ਬ੍ਰਾਹਮਣ ਸਨ ਤੇ ਭਾਈ ਪਿਰਾਗਾ ਜੀ ਦੇ ਵੱਡੇ ਵਡੇਰੇ ਮਹਾਤਮਾ ਗੌਤਮ ਜੀ ਹੋਏ ਨੇ ਜਿਹੜੇ ਗੁਰੂ ਨਾਨਕ ਦੀ ਸਿੱਖੀ ਤੋਂ ਪ੍ਰਭਾਵਿਤ ਹੋਏ। ਤੇ ਇੱਧਰੋਂ ਭਾਈ ਪਿਰਾਗਾ ਜੀ ਵੀ ਬੜੇ ਪ੍ਰਭਾਵਿਤ ਸਨ ਗੁਰੂ ਪਾਤਸ਼ਾਹ ਜੀ ਦੀ ਸਿੱਖੀ ਤੋਂ। ਤੇ ਭਾਈ ਪਿਰਾਗਾ ਜੀ ਗੁਰੂ ਚਰਨਾਂ ਵਿੱਚ ਆਏ ਸਨ ਤੇ ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਨੂੰ ਦੂਸਰੇ ਜਰਨੈਲ ਥਾਪਿਆ ਸੀ। ਤੇ ਭਾਈ ਜਿਹੜੇ ਪਿਰਾਗਾ ਜੀ ਨੇ ਇਹਨਾਂ ਦੇ ਅੱਗੇ ਪੜਪੋਤਰੇ ਹੋਏ ਭਾਈ ਮਤੀ ਦਾਸ, ਭਾਈ ਸਤੀ ਦਾਸ, ਜਿਹੜੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੁੰਦੇ ਨੇ, ਭਾਈ ਪਿਰਾਗੇ ਦੇ ਪੜਪੋਤਰੇ ਨੇ। ਇਹਨਾਂ ਦੇ ਜਿਹੜੇ ਪੋਤਰੇ ਸਨ ਦਰਗਾਹ ਮੱਲ ਜੀ, ਉਹ ਵੀ ਗੁਰੂ ਚਰਨਾਂ ਦੇ ਵਿੱਚ ਕਾਫੀ ਸਮਾਂ ਰਹੇ ਨੇ। ਦੀਵਾਨ ਦੀ ਨੌਕਰੀ ਉਹਨਾਂ ਨੇ ਕੀਤੀ ਹੈ। ਭਾਈ ਪ੍ਰਾਣਾ ਜੀ, ਭਾਈ ਜੇਠਾ ਜੀ, ਇਹ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਸਿੱਖ ਸਨ, ਕਰਨੀ ਕਥਨੀ ਦੇ ਪੂਰੇ ਸਨ। ਭਾਈ ਲੰਗਾ ਜੀ ਜਿਹੜੇ ਸਖੀ ਸਰਵਰਾਂ ਨੂੰ ਪਹਿਲਾਂ ਮੰਨਦੇ ਸਨ, ਇਹਨਾਂ ਦੇ ਵੱਡੇ ਵਡੇਰੇ। ਤੇ ਭਾਈ ਲੰਗਾ ਵੀ ਸਖੀ ਸਰਵਰ ਦੇ ਪੁਜਾਰੀ ਸਨ, ਪਰ ਬਿਮਾਰ ਹੋ ਗਏ ਤੇ ਗੁਰੂ ਨਾਨਕ ਦੇ ਦਰ ਤੇ ਆਏ, ਸੇਵਾ ਕੀਤੀ, ਰੋਗ ਠੀਕ ਹੋ ਗਿਆ ਤੇ ਗੁਰੂ ਚਰਨਾਂ ਵਿੱਚ ਹੀ ਐਸੇ ਜੁੜੇ, ਗੁਰਮਤ ਦਾ ਰੰਗ ਚੜ੍ਹਿਆ। ਤੇ ਇੱਕ ਸਮਾਂ ਉਹ ਵੀ ਆਇਆ ਜਦੋਂ ਇਹਨਾਂ ਨੂੰ ਵੀ ਜਰਨੈਲ ਥਾਪਿਆ ਗਿਆ। ਤਾਂ ਇਹ 5 ਜਰਨੈਲ ਜਿਹੜੇ ਹਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪ ਥਾਪੇ ਸਨ। 500 ਸਿੱਖਾਂ ਦੀ ਫੌਜ ਤਿਆਰ ਹੋ ਗਈ। ਇਹਨਾਂ ਦੇ 5 ਜਰਨੈਲ ਮੁਖੀ ਚੰਗੇ ਥਾਪੇ ਗਏ। ਇੱਧਰੋਂ ਜਿਹੜਾ ਬੰਦਾ ਪਾਪ ਕਮਾਉਣ ਵਾਲਾ ਪਾਪੀ ਹੋਵੇ ਉਹ ਕਦੀ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ। ਚੰਦੂ ਨੇ ਪਾਪ ਕੀਤਾ ਸੀ, ਬੜਾ ਵੱਡਾ ਗੁਨਾਹ ਕੀਤਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰਾਉਣ ਵਿੱਚ ਉਹਦਾ ਬੜਾ ਵੱਡਾ ਰੋਲ ਰਿਹਾ। ਬਲਕਿ ਜਦੋਂ ਤੱਤੀ ਤਵੀ ਤੇ ਮਹਾਰਾਜ ਬੈਠੇ ਨੇ
ਦੇਗ ਵਿੱਚ ਉਬਾਲਿਆ ਗਿਆ ਹੈ, ਰੇਤਾ ਗਰਮ ਸੀਸ ਤੇ ਪਾਈ ਗਈ ਏ। ਉਸ ਸਮੇਂ ਚੰਦੂ ਉੱਥੇ ਹਾਜ਼ਰ ਸੀ। ਹੁਣ ਉਹ ਚੰਦੂ ਕਿਵੇਂ ਆਰਾਮ ਨਾਲ ਬੈਠ ਸਕਦਾ ਸੀ ਜਦੋਂ ਉਹਨੂੰ ਪਤਾ ਲੱਗਦਾ ਸੀ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਬਣਾ ਲਿਆ? ਉਹ ਕਿਵੇਂ ਚੈਨ ਨਾਲ ਸੌਂ ਸਕਦਾ ਸੀ ਜਦੋਂ ਪਤਾ ਲੱਗਿਆ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਨੇ? ਜਦੋਂ ਉਹਨੂੰ ਪਤਾ ਲੱਗਿਆ ਵੀ 500 ਫੌਜ ਤਿਆਰ ਕਰ ਲਈਏ, 5 ਜਰਨੈਲ ਥਾਪ ਦਿੱਤੇ ਨੇ, ਹੁਣ ਉਹਦੀ ਰਾਤਾਂ ਦੀ ਨੀਂਦ ਵੀ ਉੱਡ ਗਈ। ਪਰ ਅਜੇ ਵੀ ਪਾਪ ਕਰਨ ਤੋਂ ਬਾਜ ਨਾ ਆਇਆ। ਜਹਾਂਗੀਰ ਨੂੰ ਕਹਿਣ ਲੱਗਾ, ਕਹਿੰਦਾ ਵੀ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਏ ਗੁਰੂ ਹਰਗੋਬਿੰਦ ਸਾਹਿਬ ਸਾਡੇ ਰਾਜ ਵਾਸਤੇ ਬੜਾ ਵੱਡਾ ਖਤਰਾ ਹੋਣ। ਕਿਉਂਕਿ ਉਹਨਾਂ ਨੇ ਫੌਜ ਤਿਆਰ ਕਰ ਲਈ ਏ, ਉਹਨਾਂ ਨੇ ਹਥਿਆਰ ਰੱਖੇ ਨੇ। ਉਹ ਕੇਵਲ ਹੁਣ ਸ਼ਾਸਤਰ ਨਹੀਂ, ਸ਼ਸਤਰਾਂ ਦੀ ਗੱਲ ਵੀ ਕਰਦੇ ਨੇ, ਜੰਗੀ ਅਭਿਆਸ ਵੀ ਕਰਦੇ ਨੇ, ਘੋੜ ਸਵਾਰੀਆਂ ਕਰਦੇ ਨੇ, ਦਸਤਾਰਾਂ ਸਜਾਉਂਦੇ ਨੇ, ਤਲਵਾਰਾਂ ਪਹਿਨਦੇ ਨੇ। ਤੇ ਇੰਨਾ ਹੀ ਨਹੀਂ, ਅਕਾਲ ਤਖਤ ਬਣਾ ਕੇ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਉੱਥੋਂ ਢਾਡੀ ਵਾਰਾਂ ਵੀ ਹੁਣ ਗਾਇਨ ਹੁੰਦੀਆਂ ਨੇ। ਤੇ ਇਹੋ ਜਿਹੀਆਂ ਗੱਲਾਂ ਜਦੋਂ ਆਖੀਆਂ, ਜਹਾਂਗੀਰ ਜਿਹੜਾ ਪਹਿਲਾਂ ਚੰਦੂ ਵਰਗਿਆਂ ਦੇ ਕਹਿਣ ਦੇ ਉੱਤੇ ਗੁਨਾਹ ਕਰ ਚੁੱਕਿਆ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰ ਚੁੱਕਿਆ ਸੀ, ਹੁਣ ਦੁਬਾਰਾ ਫਿਰ ਉਹਨੇ ਮਨ ਵਿੱਚ ਵਿਚਾਰ ਬਣਾਈ। ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੇ ਪਰਥਾਏ ਚੰਦੂ ਨੇ ਕੁਝ ਗੱਲਾਂ ਹੋਰ ਵੀ ਆਖੀਆਂ ਜਹਾਂਗੀਰ ਨੂੰ, ਵੀ ਤੁਸੀਂ ਗੁਰੂ ਹਰਗੋਬਿੰਦ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਿਲੇ ਵਿੱਚ ਕੈਦ ਕਰ ਦਿਓ। ਜਦੋਂ ਕੈਦ ਕਰ ਦੇਵੋਗੇ ਤੇ ਉਸ ਸਮੇਂ ਸਿੱਖਾਂ ਕੋਲ ਕੋਈ ਜਰਨੈਲ ਨਹੀਂ ਹੋਵੇਗਾ, ਕੋਈ ਆਗੂ ਨਹੀਂ ਹੋਵੇਗਾ। ਆਗੂ ਨਹੀਂ ਹੋਵੇਗਾ ਤੇ ਇਹ ਫਿਰ ਅੱਗੇ ਨਹੀਂ ਵੱਧ ਸਕਣਗੇ ਤੇ ਆਪਾਂ ਗੁਰੂ ਹਰਗੋਬਿੰਦ ਨੂੰ ਕਿਲੇ ਦੇ ਵਿੱਚ ਕੈਦ ਕਰਕੇ ਕਿਸੇ ਤਰੀਕੇ ਨਾਲ ਖਤਮ ਕਰ ਦੇਵਾਂਗੇ। ਆਖਰ ਮਨ ਵਿੱਚ ਵਿਚਾਰਾਂ ਹੋਈਆਂ ਤੇ ਸਾਰਾ ਕੁਝ ਸੋਚ ਵਿਚਾਰ ਕੇ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਦਾ ਮਨ ਵਿੱਚ ਵਿਚਾਰ ਬਣਾਇਆ। ਆਖਰ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੋਈ। ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਰੱਖਿਆ ਗਿਆ। ਹੁਣ ਇਹ ਗਵਾਲੀਅਰ ਦਾ ਜਿਹੜਾ ਕਿਲਾ ਹੈ ਨਾ, ਇੱਕ ਮਾਮੂਲੀ ਕਿਲਾ ਨਹੀਂ ਸੀ, ਆਮ ਕਿਲਾ ਨਹੀਂ ਸੀ ਜਿਵੇਂ ਹੁੰਦੇ ਨੇ। ਇੱਕ ਵੱਡਾ ਕੈਦਖਾਨਾ ਸੀ। ਔਰ ਗੁਰੂ ਪਿਆਰ ਵਾਲਿਓ, ਇਸ ਕਿਲੇ ਦੇ ਅੰਦਰ ਆਮ ਕੈਦੀ ਨਹੀਂ ਸਨ ਰੱਖੇ ਜਾਂਦੇ। ਇੱਥੇ ਉਹ ਕੈਦੀ ਰੱਖੇ ਜਾਂਦੇ ਸਨ ਜਿਹੜੇ ਵੱਡੇ ਵੱਡੇ ਰਾਜੇ ਬਗਾਵਤ ਕਰਨ ਵਾਲੇ, ਵੱਡੇ ਵੱਡੇ ਰਾਜਿਆਂ ਨੂੰ ਜਿਹੜੇ ਬਗਾਵਤ ਕਰਦੇ ਸਨ, ਉਹਨਾਂ ਨੂੰ ਇੱਥੇ ਫੜ ਕੇ ਕੈਦ ਕੀਤਾ ਜਾਂਦਾ ਸੀ। ਤੇ ਇਸ ਕਿਲੇ ਵਿੱਚੋਂ ਫਿਰ ਆਜ਼ਾਦ ਨਹੀਂ ਸੀ ਕੀਤਾ ਜਾਂਦਾ, ਉਹ ਅੰਦਰ ਹੀ ਖਤਮ ਹੋ ਜਾਂਦੇ ਸਨ। ਇੱਥੋਂ ਤੱਕ ਕਿ ਉਹਨਾਂ ਦੇ ਖਾਣੇ ਵਿੱਚ ਉਹਨਾਂ ਨੂੰ ਜ਼ਹਿਰ ਦਿੱਤਾ ਜਾਂਦਾ ਸੀ ਥੋੜ੍ਹਾ ਥੋੜ੍ਹਾ, ਤਾਂ ਜੋ ਰੋਜ਼ ਥੋੜ੍ਹਾ ਥੋੜ੍ਹਾ ਮਰਦੇ ਰਹਿਣ। ਹੌਲੀ ਹੌਲੀ ਉਹ ਅੰਦਰੋਂ ਉਹਨਾਂ ਦਾ ਸਰੀਰ ਖਤਮ ਹੁੰਦਾ ਜਾਂਦਾ ਸੀ। ਜਿਹੜੇ ਅੰਦਰ ਉਹਨਾਂ ਦੇ ਅੰਗ ਸਨ, ਭਾਵੇਂ ਉਹ ਦਿਲ ਸੀ, ਭਾਵੇਂ ਉਹ ਗੁਰਦੇ ਸਨ, ਇਹ ਹੌਲੇ ਜ਼ਹਿਰ ਦੇ ਨਾਲ ਹੌਲੀ ਹੌਲੀ ਅੰਦਰੋਂ ਖਤਮ ਹੋ ਜਾਂਦੇ ਸਨ ਤੇ ਉਹ ਜ਼ਿੰਦਗੀ ਤੋਂ ਕੂਚ ਕਰ ਜਾਂਦੇ ਸਨ। ਉਹਨਾਂ ਦੇ ਹੱਥਾਂ ਤੇ ਪੈਰਾਂ ਨੂੰ ਬੇੜੀਆਂ ਪਾਈਆਂ ਹੁੰਦੀਆਂ ਸਨ, ਹੱਥ ਪੈਰ ਉਹਨਾਂ ਦੇ ਗਲ ਜਾਂਦੇ ਸਨ। ਨਹਾਉਣ ਉਹਨਾਂ ਨੂੰ ਦਿੱਤਾ ਨਹੀਂ ਸੀ ਜਾਂਦਾ। ਕਦੀ ਕਦਾਈ ਉਹਨਾਂ ਨੂੰ ਨਹਾਉਣ ਵਾਸਤੇ ਇੱਕ ਤਲਾਬ ਬਣਾਇਆ ਸੀ, ਉੱਥੇ ਉਹਨਾਂ ਨੂੰ ਨਹਾਉਣ ਵਾਸਤੇ ਭੇਜਿਆ ਜਾਂਦਾ ਸੀ। ਏਡੀ ਮਾੜੀ ਦਸ਼ਾ ਸੀ ਉਹਨਾਂ ਦੇ ਅੰਦਰ ਕੈਦੀ ਰਾਜਿਆਂ ਦੀ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਗਏ, ਵੇਖੋ ਉਹਨਾਂ ਦੇ ਤਾਂ ਸੋਚਿਆ ਸੀ ਵੀ ਆਪਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲਾਂਗੇ, ਪਰ ਉਹ ਇਹ ਨਹੀਂ ਸਮਝਦੇ ਵੀ ਗੁਰੂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਗੱਲ ਯਾਦ ਰੱਖਿਓ, ਗੁਰੂ ਨੂੰ ਕਦੀ ਕੈਦ ਨਹੀਂ ਕੀਤਾ ਜਾ ਸਕਦਾ। ਗੁਰੂ ਐਸੀ ਸ਼ਖਸੀਅਤ ਹੈ। ਅਸੀਂ ਭਾਵੇਂ ਗੁਰੂ ਨੂੰ ਸ਼ਰੀਰ ਕਰਕੇ ਮੰਨਦੇ ਹਾਂ, ਪਰ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਇੱਕ ਬਚਨ ਹੁੰਦਾ ਹੈ ਕਿ ਗੁਰੂ ਉਹ ਹਸਤੀ ਏ ਜਿਹਨੂੰ ਡੋਬਿਆ ਨਹੀਂ ਜਾ ਸਕਦਾ, ਜਿਹਨੂੰ ਸਾੜਿਆ ਨਹੀਂ ਜਾ ਸਕਦਾ, ਜਿਹਨੂੰ ਚੋਰੀ ਨਹੀਂ ਕੀਤਾ ਜਾ ਸਕਦਾ। ਉਹ ਕੀ ਹੈ? ਗਿਆਨ। ਗੁਰੂ ਅਸਲ ਦੇ ਵਿੱਚ ਗਿਆਨ ਹੈ, ਔਰ ਗਿਆਨ ਨੂੰ ਕੋਈ ਸਾੜ ਨਹੀਂ ਸਕਦਾ।
ਇਹਨੂੰ ਕੋਈ ਡੋਬ ਨਹੀਂ ਸਕਦਾ, ਇਹਨੂੰ ਕੋਈ ਲੁੱਟ ਨਹੀਂ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗਿਆਨ ਨਹੀਂ ਸੜ ਸਕਦਾ। ਅੱਜ ਜਿਹੜੇ ਲੋਕ ਇਹ ਸ਼ਰਾਰਤਾਂ ਕਰਦੇ ਨਾ ਵੀ ਗੁਰੂ ਗ੍ਰੰਥ ਸਾਹਿਬ ਸਰੂਪ ਨੂੰ ਅਗਨ ਭੇਟ ਕਰ ਦਈਏ ਜਾਂ ਇਹਦੇ ਪੰਨਿਆਂ ਨੂੰ ਪਾੜ ਕੇ ਤੇ ਸੁੱਟ ਦਈਏ, ਜਿਹੜੇ ਇਹ ਗੁਨਾਹ ਕਰਦੇ ਨੇ ਨਾ ਉਹ ਸੋਚਦੇ ਨੇ ਸ਼ਾਇਦ ਇਹਨੂੰ ਖਤਮ ਕਰ ਦਿਆਂਗੇ। ਨਹੀਂ ਪਿਆਰਿਓ, ਇਹ ਤੇ ਉਦੋਂ ਖਤਮ ਨਹੀਂ ਹੋਇਆ ਜਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮੇ ਦੀ ਧਰਤੀ ਤੇ ਮੌਜੂਦ ਸਨ ਤੇ ਧੀਰ ਮੱਲੀਆਂ ਨੇ ਸਰੂਪ ਦੇਣ ਤੋਂ ਨਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਪ ਮੁਖ ਤੋਂ ਬਾਣੀ ਉਚਾਰਨ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਾਇਆ ਸੀ। ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਗਿਆਨ ਨੂੰ ਮਿਟਾਇਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖਾਂ ਦੇ ਹਿਰਦਿਆਂ ਵਿੱਚ ਵਸਦੀ ਹੈ। ਹੁਣ ਗੁਰੂ ਉਹ ਸ਼ਖਸੀਅਤ ਹੈ ਜਿਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਪਰ ਚੰਦੂ ਵਰਗੇ ਸੋਚਦੇ ਨੇ ਵੀ ਸ਼ਾਇਦ ਕੈਦ ਕਰ ਦਿਆਂਗੇ, ਪਰ ਉਹ ਇਹ ਭੁੱਲ ਗਏ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਲਿਆ ਤੇ ਸਿੱਖਾਂ ਵਿੱਚ ਤੇ ਕੋਈ ਮਾਯੂਸੀ ਨਹੀਂ ਆਈ, ਕੋਈ ਉਦਾਸੀ ਨਹੀਂ। ਜਿਨ੍ਹਾਂ ਦਾ ਜਰਨੈਲ ਜਿਹੜਾ ਉਹ ਖਤਮ ਕਰ ਦਿੱਤਾ ਜਾਵੇ ਤੇ ਉਹ ਕੌਮਾਂ ਕਿੱਥੇ ਉੱਠਦੀਆਂ ਨੇ। ਪਰ ਇੱਥੇ ਤਾਂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਸੰਤ ਤੇ ਸਿਪਾਹੀ ਦੇ ਰੂਪ ਵਿੱਚ ਪ੍ਰਗਟ ਹੋ ਗਏ। ਹੁਣ ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਏ ਤੇ ਉੱਥੋਂ ਦੇ ਜਿਹੜੇ ਰਾਜੇ ਸਨ ਉਹਨਾਂ ਦੀਆਂ ਆਸਾਂ ਖਤਮ ਸਨ। ਉਹਨਾਂ ਨੂੰ ਮੌਤ ਦਿਸਦੀ ਸੀ, ਮੰਗਦੇ ਵੀ ਮੌਤ ਸਨ ਵੀ ਕਦੋਂ ਸਾਨੂੰ ਮੌਤ ਆਵੇ, ਕਦੋਂ ਜ਼ਿੰਦਗੀ ਤੋਂ ਛੁਟਕਾਰਾ ਆਵੇ। ਪਰ ਗੁਰੂ ਪਿਆਰ ਵਾਲਿਓ, ਜਦੋਂ ਗੁਰੂ ਹਰਗੋਬਿੰਦ ਮਹਾਰਾਜ ਉਸ ਕਿਲੇ ਵਿੱਚ ਗਏ ਨੇ ਨਾ ਤੇ ਉਹਨਾਂ ਨੂੰ ਇੱਕ ਹੌਸਲਾ ਜਿਹਾ ਵੱਜ ਗਿਆ, ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲਿਆ ਸੰਗਤ ਕਰਕੇ। ਗੁਰੂ ਦੀ ਸੰਗਤ ਕਰਕੇ ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲਿਆ, ਇੱਕ ਆਸ ਵੱਜ ਗਈ ਵੀ ਹੁਣ ਅਸੀਂ ਮਰਾਂਗੇ ਨਹੀਂ, ਹੁਣ ਬਚ ਜਾਵਾਂਗੇ। ਸਮਾਂ ਆਪਣੀ ਚਾਲ ਚੱਲਦਾ ਗਿਆ। ਚੰਦੂ ਨੇ ਇੱਕ ਸ਼ਰਾਰਤ ਕੀਤੀ। ਸ਼ਰਾਰਤ ਕੀ ਕੀਤੀ? ਐਂ ਕਹਿ ਲਓ ਵੀ ਮਨ ਦੇ ਵਿੱਚ ਪਾਪ ਦੀ ਬਿਰਤੀ ਜਿਹੜੀ ਸੀ ਤੇ ਈਰਖਾਂ ਦੀ ਅੱਗ ਜਿਹੜੀ ਅੰਦਰ ਬਲ ਰਹੀ ਸੀ, ਉਹਨੂੰ ਮੁੱਖ ਰੱਖ ਕੇ ਉਹਨੇ ਇੱਕ ਪੋਸ਼ਾਕ ਜਿਹੜੀ ਹੈ ਉਹ ਤਿਆਰ ਕਰਵਾਈ ਕਿ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਨੂੰ ਕਹਿਣਾ ਵੀ ਇਹ ਪੋਸ਼ਾਕ ਪਾਉਣ। ਹੁਣ ਉਹ ਪੋਸ਼ਾਕ ਇਸ ਤਰ੍ਹਾਂ ਦੀ ਬਣਵਾਈ ਗਈ ਸੀ ਵੀ ਉਹਦੇ ਅੰਦਰ ਜ਼ਹਿਰ ਲੱਗਾ ਸੀ, ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪਹਿਨਣਗੇ ਤੇ ਤਨ ਦੇ ਉੱਤੇ ਇਸ ਜ਼ਹਿਰ ਦਾ ਇੰਨਾ ਅਸਰ ਹੋਵੇਗਾ ਕਿ ਉਹ ਖਤਮ ਹੋ ਜਾਣਗੇ। ਹੁਣ ਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ, ਉਹ ਜਿਹੜੀ ਪੋਸ਼ਾਕ ਸੀ ਉਹ ਆਈ। ਜਿਹੜਾ ਉੱਥੇ ਇੰਜ ਕਹਿ ਲਓ ਵੀ ਜੇਲ੍ਹ ਦੇ ਬਾਹਰ ਮੇਨ ਸਿਕਿਉਰਿਟੀ ਗਾਰਡ ਸੀ ਨਾ, ਮੇਨ ਜਿਹੜਾ ਖਲੋਤਾ ਹੁੰਦਾ ਉੱਥੇ, ਉਹਦਾ ਨਾਂ ਸੀ ਹਰਿਦਾਸ। ਉਹ ਗੁਰੂ ਪਾਤਸ਼ਾਹ ਜੀ ਦਾ ਬੜਾ ਸੇਵਕ ਬਣ ਗਿਆ ਸੀ। ਉਹਨੇ ਜਦੋਂ ਵੀ ਮਹਾਰਾਜ ਨੂੰ ਖਾਣਾ ਦੇਣਾ ਨਾ, ਜਦੋਂ ਵੀ ਪਹਿਲਾਂ ਹੀ ਮਹਾਰਾਜ ਨੂੰ ਦੱਸ ਦੇਣਾ ਵੀ ਸਤਿਗੁਰੂ ਇਹ ਖਾਣਾ ਨਹੀਂ ਖਾਣਾ, ਇਹਦੇ ਵਿੱਚ ਜ਼ਹਿਰ ਹੈ। ਇਸੇ ਤਰ੍ਹਾਂ ਜਦੋਂ ਪੋਸ਼ਾਕ ਆਈ ਤੇ ਉਹਨੇ ਇਹ ਗੱਲ ਜਿਹੜੀ ਪਾਤਸ਼ਾਹ ਤੱਕ ਪਹੁੰਚਾ ਦਿੱਤੀ ਵੀ ਸਤਿਗੁਰੂ ਪੋਸ਼ਾਕ ਨਹੀਂ ਪਹਿਨਣੀ, ਇਹਦੇ ਵਿੱਚ ਜ਼ਹਿਰ ਲੱਗੀ ਹੋਈ ਹੈ। ਮਹਾਰਾਜ ਨੇ ਪੋਸ਼ਾਕ ਨਹੀਂ ਪਹਿਨੀ, ਨਾ ਹੀ ਉਹ ਭੋਜਨ ਖਾਣਾ ਜਿਹਦੇ ਵਿੱਚ ਜ਼ਹਿਰ ਪਾ ਕੇ ਦਿੱਤੀ ਜਾਂਦੀ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰੋਂ ਗਵਾਲੀਅਰ ਦੇ ਕਿਲੇ ਵਿੱਚ ਤੇ ਸੰਗਤਾਂ ਜਿਹੜੀਆਂ ਉਹਨੂੰ ਦਰਸ਼ਨ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦਾ ਅੰਦਰ ਉਹਨਾਂ ਦੇ ਦਰਸ਼ਨਾਂ ਦੀ ਪਿਆਸ ਤੇ ਤਾਂਘ ਲੱਗੀ ਸੀ। ਹੁਣ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਆਖਿਆ ਵੀ ਹਰ ਵਾਰ ਜਦੋਂ ਦਰਸ਼ਨਾਂ ਦੀ ਤਾਂਘ ਸੰਗਤ ਵਿੱਚ ਪੈਦਾ ਹੁੰਦੀ ਤੇ ਗੁਰੂ ਅੱਖਾਂ ਤੋਂ ਓਹਲੇ ਹੋਇਆ ਤੇ ਬਾਬਾ ਬੁੱਢਾ ਜੀ ਨੇ ਦਰਸ਼ਨ ਕਰਵਾਏ। ਕਿਰਪਾ ਕਰੋ, ਤੁਸੀਂ ਭਾਵੇਂ ਬਜ਼ੁਰਗ ਹੋ ਚੁੱਕੇ ਹੋ ਪਰ ਅਸੀਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਉਸ ਸਮੇਂ ਜਥੇ ਤਿਆਰ ਹੋ ਕੇ ਜਾਂਦੇ ਤੇ ਗਵਾਲੀਅਰ ਦੀ ਕੰਧ ਨੂੰ ਹੱਥ ਲਾ ਕੇ ਤੇ ਮੁੜ ਵਾਪਸ ਆ ਜਾਂਦੇ, ਮਨ ਨੂੰ ਨਮਸਕਾਰ ਕਰਕੇ ਆਪਣੇ ਗੁਰੂ ਨੂੰ ਮੁੜ ਉਹ ਜਥੇ ਵਾਪਸ। ਇਸੇ ਤਰ੍ਹਾਂ ਇੱਕ ਜਥਾ ਆ ਜਾਂਦਾ, ਫਿਰ ਦੂਜਾ ਚਲਾ ਜਾਂਦਾ, ਫਿਰ ਦੂਜਾ ਆ ਜਾਂਦਾ, ਤੀਜਾ ਚਲਾ ਜਾਂਦਾ। ਸਮਾਂ ਲੰਘਦਾ ਗਿਆ। ਉਧਰੋਂ ਜਹਾਂਗੀਰ ਹੋਰ ਬਿਮਾਰ ਹੋ ਗਿਆ। ਉਹ ਇੰਨਾ ਬਿਮਾਰ ਹੋ ਗਿਆ, ਹਾਲਤ ਇੰਨੀ ਖਰਾਬ ਹੋ ਗਈ ਤੇ ਸਾਈਂ ਮੀਆਂ ਮੀਰ ਜੀ ਵਰਗੇ
ਜਿਹੜੇ ਗੁਰੂ ਘਰ ਦੇ ਮਹਾਨ ਸਿੱਖ ਸਨ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਨ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਸਨ। ਹੁਣ ਉਹਨਾਂ ਨੂੰ ਜਦੋਂ ਪਤਾ ਲੱਗਿਆ, ਜਹਾਂਗੀਰ ਨੇ ਵੀ ਮਨ ਵਿੱਚ ਇਹ ਵਿਚਾਰ ਬਣਾਈ ਵੀ ਮੈਂ ਵੀ ਪਾਪ ਤਾਂ ਵੱਡਾ ਕੀਤਾ ਏ, ਪਰ ਇਸ ਪਾਪ ਤੋਂ ਬਚਾਂ ਕਿਵੇਂ। ਰੋਗ ਲੱਗ ਗਿਆ। ਸਾਈਂ ਮੀਆਂ ਮੀਰ ਜੀ ਵਰਗੇ ਉਹਨਾਂ ਤੱਕ ਪਹੁੰਚ ਕੀਤੀ। ਉਹਨਾਂ ਆਖਿਆ ਤੂੰ ਮਹਾਨ ਗੁਰੂ ਨੂੰ ਕਿਲੇ ਅੰਦਰ ਬੰਦ ਕੀਤਾ ਹੈ, ਇਸ ਕਰਕੇ ਜਿਹੜੇ ਪਾਪ ਤੂੰ ਕੀਤੇ ਨੇ ਉਹਨਾਂ ਦੀ ਸਜ਼ਾ ਤੈਨੂੰ ਮਿਲਣ ਦੀ। ਅਜੇ ਵੀ ਜੇ ਤੂੰ ਬਚਣਾ ਚਾਹੁੰਦਾ ਹੈ ਤੇ ਤੂੰ ਗੁਰੂ ਪਾਤਸ਼ਾਹ ਜੀ ਨੂੰ ਕਿਲੇ ਵਿੱਚੋਂ ਰਿਹਾ ਕਰ ਦੇ। ਆਖਰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਲੇ ਵਿੱਚੋਂ ਰਿਹਾ ਕਰਨ ਦੇ ਹੁਕਮ ਦਿੱਤੇ ਨੇ ਜਹਾਂਗੀਰ ਨੇ। ਹੁਣ ਜਦੋਂ ਮਹਾਰਾਜ ਪਾਤਸ਼ਾਹ ਜੀ ਦੇ ਰਿਹਾ ਹੋਣ ਦੀ ਗੱਲ ਸੁਣੀ ਨਾ, ਤੇ ਜਿਹੜੇ ਰਾਜੇ ਸਨ ਤੜਫ ਉੱਠੇ। ਉਹਨਾਂ ਆਖਿਆ ਸਤਿਗੁਰੂ, ਪਹਿਲਾਂ ਤੇ ਉਮੀਦ ਨਹੀਂ ਸੀ ਵੀ ਅਸੀਂ ਬਚਦੇ, ਪਰ ਜਦੋਂ ਤੁਸੀਂ ਆਏ ਇੱਕ ਵਿਸ਼ਵਾਸ ਹੋ ਗਿਆ, ਇੱਕ ਭਰੋਸਾ ਹੋ ਗਿਆ, ਆਸ ਬੱਝ ਗਈ ਵੀ ਆਪਾਂ ਹੁਣ ਮਰਾਂਗੇ ਨਹੀਂ, ਪਰ ਜੇ ਹੁਣ ਤੁਸੀਂ ਚਲੇ ਜਾਓਗੇ ਤੇ ਅਸੀਂ ਫਿਰ ਮਰ ਜਾਣਾ। ਤੇ ਸਤਿਗੁਰੂ ਪਾਤਸ਼ਾਹ ਜੇ ਸਾਨੂੰ ਮਾਰਨਾ ਹੀ ਸੀ ਫਿਰ ਜਿਉਂਦਿਆਂ ਨਾ ਕਰਦਾ, ਫਿਰ ਮਰਨ ਹੀ ਦਿੰਦਾ ਸਾਨੂੰ। ਪਾਤਸ਼ਾਹ ਜੀ ਨੇ ਆਖਿਆ ਦੱਸੋ। ਕਹਿਣ ਲੱਗੇ ਸਾਨੂੰ ਵੀ ਰਿਹਾ ਕਰਾਓ। ਹੁਣ ਗੁਰੂ ਪਾਤਸ਼ਾਹ ਜੀ ਨੇ ਆਖਿਆ ਜਹਾਂਗੀਰ ਨੂੰ ਵੀ ਅਸੀਂ ਤਾਂ ਕਿਲਾ ਛੱਡਾਂਗੇ ਜੇ ਇਹਨਾਂ ਰਾਜਿਆਂ ਨੂੰ ਵੀ ਤੂੰ ਛੱਡੇਂਗਾ। ਤਾਂ ਉਸ ਸਮੇਂ ਜਹਾਂਗੀਰ ਨੇ ਫਿਰ ਆਖਿਆ ਵੀ ਤੁਸੀਂ ਤੁਹਾਡੇ ਚੋਲੇ ਨੂੰ ਫੜ ਕੇ ਜਿੰਨੇ ਬਾਹਰ ਨਿਕਲ ਜਾਣਗੇ ਵੇਖ ਲਓ। ਹੁਣ ਗੁਰੂ ਦੇ ਕੋਲ ਕੇਵਲ ਗਿਆਨ ਹੀ ਨਹੀਂ, ਗੁਰੂ ਕੋਲ ਜੁਗਤ ਵੀ ਹੈ, ਗੁਰੂ ਕੋਲ ਸਮਝ ਵੀ ਹੈ, ਸੂਝ ਵੀ ਹੈ, ਗੁਰੂ ਦੇ ਕੋਲ ਗਿਆਨ ਵੀ ਹੈ ਤੇ ਜੁਗਤੀ ਵੀ ਹੈ। ਹੁਣ ਗੁਰੂ ਨੇ ਇੱਕ ਚੋਲਾ ਬਣਵਾਇਆ 52 ਕਲੀਆਂ ਵਾਲਾ, ਤੇ 52 ਰਾਜੇ ਵੱਡੇ ਸਨ ਤੇ 51 ਰਾਜੇ ਛੋਟੇ ਸਨ। ਛੋਟੇ ਰਾਜੇ ਤੇ ਉਹਨੂੰ ਉਂਝ ਹੀ ਛੱਡਤੇ, ਪਰ ਜਿਹੜੇ ਵੱਡੇ ਰਾਜੇ ਸਨ ਉਹ 52 ਸਨ। ਇੱਕ ਇੱਕ ਕਲੀ ਫੜ ਕੇ, ਤਣੀ ਫੜ ਕੇ ਚੋਲੇ ਦੀ, ਤੇ ਉਹ ਸਾਰੇ 52 ਦੇ 52 ਬਾਹਰ ਨਿਕਲ ਗਏ। ਜਦੋਂ ਪਾਤਸ਼ਾਹ ਜੀ ਬਾਹਰ ਆਏ, ਅੱਜ ਇੱਕ ਹੋਰ ਇਤਿਹਾਸ ਦੇ ਵਿੱਚ, ਇਤਿਹਾਸ ਦੇ ਪੰਨਿਆਂ ਅੰਦਰ ਇੱਕ ਲਫ਼ਜ਼ ਹੋਰ ਜੁੜ ਗਿਆ ਵੀ ਗੁਰੂ ਬੰਦੀ ਛੋੜ। ਇੱਕ ਗੱਲ ਯਾਦ ਰੱਖਣਾ, ਸ਼ਬਦ ਨਹੀਂ ਵਰਤਿਆ ਗਵਾਲੀਅਰ ਛੋੜ ਜਾਂ ਕਿਲਾ ਛੋੜ, ਸ਼ਬਦ ਵਰਤਿਆ ਬੰਦੀ ਛੋੜ। ਬੰਦੀ ਦਾ ਅਰਥ ਹੈ ਬੰਧਨਾਂ ਵਿੱਚੋਂ ਛਡਾਉਣ ਵਾਲਾ। ਹੁਣ ਬੰਧਨ ਕਿਤੇ ਵੀ ਪੈ ਸਕਦੇ ਨੇ, ਜ਼ਰੂਰੀ ਨਹੀਂ ਵੀ ਜਿਹੜੇ ਗਵਾਲੀਅਰ ਰਹਿੰਦੇ ਨੇ ਉਹਨਾਂ ਨੂੰ ਬੰਧਨ ਪੈਂਦੇ ਹੋਣਗੇ। ਬੰਧਨ ਤਾਂ ਸੰਸਾਰ ਦੇ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਪਿਆ ਹੋਇਆ ਹੈ, ਤੇ ਗੁਰੂ ਇਹਨਾਂ ਸਮਰੱਥ ਬੰਧਨਾਂ ਵਿੱਚੋਂ ਛੁਡਾ ਸਕਦਾ ਹੈ। ਕਦੀ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਚੱਕੀ ਪੀ ਕੇ ਜੇਲ੍ਹ ਦੇ ਵਿੱਚ, ਤੇ ਉੱਥੋਂ ਦੇ ਲੋਕਾਂ ਨੂੰ ਮਹਾਰਾਜ ਨੇ ਰਿਹਾ ਕਰਾਇਆ ਸੀ। ਤੇ ਅੱਜ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਵੀ ਮਹਾਨ ਬੰਦੀ ਛੋੜ ਜਦੋਂ ਬਾਹਰ ਆਏ, ਤੇ ਅੱਜ ਉਹ ਰਾਜੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਸਨ। ਗੁਰੂ ਪਿਆਰ ਵਾਲਿਓ, ਧੰਨ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਜਿੱਦਣ ਬਾਹਰ ਆਏ, ਤੇ ਸਭ ਤੋਂ ਪਹਿਲਾਂ ਜਿਹੜਾ ਜੇਲ੍ਹ ਦਾ ਅਫਸਰ ਸੀ ਨਾ ਭਾਈ ਹਰਦਾਸ, ਉਹਨੇ ਬੇਨਤੀ ਕੀਤੀ ਸਤਿਗੁਰੂ ਕਿਰਪਾ ਕਰੋ, ਤਰੁੱਠੇ ਹੋ। ਕਿਉਂਕਿ ਮਹਾਰਾਜ ਨੇ ਆਖਿਆ ਹਰਦਾਸ ਮੰਗ ਕੀ ਮੰਗਦਾ ਹੈ, ਸਤਿਗੁਰੂ ਕਿਰਪਾ ਕਰੋ ਮੇਰੇ ਘਰੇ ਚਰਨ ਪਾ ਦਿਓ। ਸਾਹਿਬ ਉਹਦੇ ਘਰੇ ਗਏ। ਉਸ ਦਿਨ ਭਾਈ ਹਰਦਾਸ ਨੇ ਘਰ ਵਿੱਚ ਦੀਪਮਾਲਾ ਕੀਤੀ ਸੀ, ਘਰ ਦੇ ਵਿੱਚ ਦੀਵੇ ਬਾਲੇ ਸਨ ਗੁਰੂ ਦੀ ਆਉਣ ਦੀ ਖੁਸ਼ੀ ਵਿੱਚ। ਇੱਧਰੋਂ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਜਦੋਂ ਉੱਥੋਂ ਚੱਲਣ ਲੱਗਦੇ ਨੇ, ਤੇ ਜਹਾਂਗੀਰ ਵੀ ਆਗਰੇ ਸੀ, ਉਹਨੇ ਕਸ਼ਮੀਰ ਜਾਣਾ ਸੀ। ਤਾਂ ਉਹਨੇ ਵੀ ਵਿਚਾਰ ਬਣਾਈ ਵੀ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲੋਂ ਆਪਣੇ ਕੀਤੇ ਗੁਨਾਹ ਦੀ ਮਾਫੀ ਮੰਗ ਲਵਾਂ। ਸਮਾਂ ਕੀਤੇ ਗਲਤੀਆਂ ਸਵੀਕਾਰ ਕਰਕੇ ਆਪਣੇ ਗੁਨਾਹਾਂ ਨੂੰ ਬਖਸ਼ਵਾ ਲਵਾਂ। ਤੇ ਉਹਨੇ ਕੀ ਕੀਤਾ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਮੇਲ ਕਰਨ ਦੀ ਵਿਚਾਰ ਬਣਾਈ ਵੀ ਕੁਝ ਸਮਾਂ ਗੁਰੂ ਪਾਤਸ਼ਾਹ ਜੀ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇ।
ਹੁਣ ਆਗਰੇ ਦੀ ਧਰਤੀ ਤੇ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੰਬੂ ਲੱਗਾ ਇਸ ਪਾਸੇ, ਇੱਕ ਪਾਸੇ ਬਾਦਸ਼ਾਹ ਦਾ ਤੰਬੂ ਲੱਗਾ। ਇਸ ਪੱਖ ਦੀ ਵਿਚਾਰ ਆਪਾਂ ਕੱਲ ਸਾਂਝੀ ਕਰਾਂਗੇ। ਇੱਕ ਪੱਖ ਜਿਹੜਾ ਉਹ 2 ਮਿੰਟ ਆਪਾਂ ਸਮਝ ਲਈ, ਫਿਰ ਸਮਾਪਤੀ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਨਾ, ਜਦੋਂ ਉਹ ਰਾਜੇ ਆਪਣੇ ਇਲਾਕਿਆਂ ਵਿੱਚ ਆਏ ਸਨ ਤੇ ਉਹਨਾਂ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਖੁਸ਼ੀ ਮਨਾਈ ਸੀ, ਤੇ ਉਹਨਾਂ ਨੇ ਵੀ ਆਪਣੇ ਜਿਹੜੇ ਰਾਜ ਸਨ ਉੱਥੇ ਦੀਪਮਾਲਾ ਕੀਤੀ, ਖੁਸ਼ੀ ਮਨਾਈ। ਤੇ ਕਿੰਨਾ ਸ਼ੁਕਰਾਨਾ ਕੀਤਾ ਹੋਵੇਗਾ ਗੁਰੂ ਹਰਗੋਬਿੰਦ ਮਹਾਰਾਜ ਪਾਤਸ਼ਾਹ ਜੀ ਦਾ, ਇੱਕ ਰਾਜੇ ਦੀ ਧੀ ਨੇ ਕਿ ਮੇਰਾ ਬਾਪ ਵਾਪਸ ਆ ਗਿਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਕਿਰਪਾ ਨਾਲ। ਇੱਕ ਪਤਨੀ ਨੇ ਜਿੰਦਾ ਪਤੀ ਗਵਾਲੀਅਰ ਕਿਲੇ ਦੀ ਕੈਦ ਵਿੱਚ, ਜਿੰਦੀ ਆਸ ਨਹੀਂ ਵੀ ਮੁੜ ਆਵੇਗਾ, ਅੱਜ ਉਹਨੇ ਕਿੰਨਾ ਸ਼ੁਕਰਾਨਾ ਕੀਤਾ ਹੋਵੇਗਾ। ਅੱਜ ਇੱਕ ਪਿਤਾ ਨੇ ਕਿੰਨਾ ਸ਼ੁਕਰਾਨਾ ਕੀਤਾ, ਇੱਕ ਭਾਈ ਨੇ ਕਿੰਨਾ ਸ਼ੁਕਰਾਨਾ ਕੀਤਾ ਹੋਵੇਗਾ ਵੀ ਅੱਜ ਮੇਰਾ ਭਰਾ ਵਾਪਸ ਆ ਗਿਆ। ਜਿੰਦੇ ਆਉਣ ਦੀ ਆਸ ਨਾ ਹੋਵੇ ਵੀ ਉਹ ਨਹੀਂ ਆ ਸਕਦਾ ਉੱਥੋਂ, ਪਰ ਜੇ ਆ ਜਾਵੇ ਤੇ ਫਿਰ ਖੁਸ਼ੀ ਦਾ ਟਿਕਾਣਾ ਨਹੀਂ, ਕਿਉਂਕਿ ਜਿੰਨਾ ਵੱਡਾ ਵਿਛੋੜਾ ਹੁੰਦਾ ਏ, ਯਾਦ ਰੱਖਣਾ ਓਨੀ ਵੱਡੇ ਮਿਲਾਪ ਦੀ ਖੁਸ਼ੀ ਹੁੰਦੀ ਹੈ। ਬੜੀ ਖੁਸ਼ੀ ਹੋਈ, ਸਾਰੇ ਜਿੰਨੇ ਵੀ ਰਾਜੇ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ। ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਆਗਰੇ ਵਿੱਚ ਰੁਕੇ, ਨਾਲ ਉੱਥੇ ਜਹਾਂਗੀਰ ਰੁਕਿਆ। ਇੱਥੇ 1-2 ਘਟਨਾਵਾਂ ਜਿਹੜੀਆਂ ਹਨ ਉਹ ਹੁੰਦੀਆਂ ਹਨ, ਕਿਵੇਂ ਗੁਰੂ ਤੇ ਸਿੱਖ ਦਾ ਪਿਆਰ ਉਹ ਵੀ ਇੱਥੇ ਜਗ ਜ਼ਾਹਰ ਹੋਇਆ ਕਿ ਸਿੱਖ ਦੀ ਸਿੱਖੀ ਕਿੰਨੀ ਪੱਕੀ ਏ ਤੇ ਗੁਰੂ ਦਾ ਪਿਆਰ ਕਿੰਨਾ ਪੱਕਾ ਏ। ਉਹ ਇਸ ਆਗਰੇ ਦੀ ਧਰਤੀ ਦੇ ਉੱਤੇ ਇੱਕ ਸਿੱਖ ਨੇ ਆਪਣਾ ਪਿਆਰ ਜਿਹੜਾ ਗੁਰੂ ਦੇ ਪ੍ਰਤੀ ਵਿਖਾਇਆ। ਇਹ ਆਪਾਂ ਕੱਲ ਵਿਚਾਰ ਸਾਂਝੀ ਕਰਾਂਗੇ। ਸਤਿਗੁਰ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ